ਸਤਿਕਾਰਯੋਗ ਹਾਜ਼ਰੀਨ, ਅੱਜ ਅਸੀਂ ਆਲ ਇੰਡੀਆ ਰੇਡੀਓ ਦੇ ਸਟੂਡੀਓ ਤੋਂ G20 ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਇਕੱਤਰ ਹੋਏ ਹਾਂ। ਤੁਸੀਂ ਇਹ ਲਫ਼ਜ਼ ਬਹੁਤ ਵਾਰ ਸੁਣਿਆ ਹੋਵੇਗਾ, ਪੜ੍ਹਿਆ ਹੋਵੇਗਾ। G20 ਕੀ ਹੈ, ਇਹਦੇ ਉਦੇਸ਼ ਕਿਹੜੇ ਨੇ, ਇਹਦਾ ਮਾਟੋ ਕੀ ਹੈ, ਇਹਦਾ ਲੋਗੋ ਕੀ ਹੈ, ਤੇ ਇਹ ਵਿਸ਼ਵ ਭਰ ਦੇ ਵਿੱਚ ਇਹ ਜਿਹੜਾ G20 ਦੇਸ਼ਾਂ ਦਾ ਸੰਗਠਨ ਬਣਿਆ, ਵਿਸ਼ਵ ਦੇ ਵਿਕਾਸ ਦੇ ਵਿੱਚ ਇਹਦੀ ਕੀ ਭੂਮਿਕਾ ਆ, ਤੇ ਇਹ ਭਵਿੱਖ ਦੇ ਵਿੱਚ ਵਿਸ਼ਵ ਦੇ ਵਿਕਾਸ ਦੇ ਵਿੱਚ ਆਪਣੀ ਕੀ ਭੂਮਿਕਾ ਅਦਾ ਕਰ ਸਕਦਾ, ਕਿਵੇਂ ਵਿਕਾਸਸ਼ੀਲ ਦੇਸ਼ਾਂ ਨੂੰ ਜੋੜ ਕੇ ਉਹਨਾਂ ਦੇ ਜਿਹੜੇ ਪਛੜੇ ਹੋਏ ਖੇਤਰ ਨੇ ਉਹਨਾਂ ਦੇ ਵਿੱਚ ਵਿਕਾਸ ਦੇ ਮੁਹਾਜ਼ ਨੂੰ ਕਿਵੇਂ ਪੁੱਜਦਾ ਕੀਤਾ ਜਾ ਸਕਦਾ, ਜਾਂ ਇਉਂ ਕਹਿ ਲਈਏ ਕਿ ਵਿਸ਼ਵ ਜਿਨ੍ਹਾਂ ਪੱਖਾਂ ਤੋਂ ਹਾਲੇ ਤੱਕ ਮਹਿਰੂਮ ਹੈ, ਪਛੜਿਆ ਹੋਇਆ ਹੈ, ਜਿਨ੍ਹਾਂ ਪੱਖਾਂ ਦੇ ਵਿੱਚ ਵਿਕਾਸ ਹਾਲੇ ਵਿਸ਼ਵ ਨੇ ਨਹੀਂ ਕੀਤਾ, ਉਹ ਕਿਹੜੇ ਪੱਖ ਨੇ, ਕਿਹੜੇ ਪਾਸਾਰ ਨੇ, ਤੇ ਉਹਨਾਂ ਨੂੰ ਮਿਲ ਬੈਠ ਕੇ ਉਹਨਾਂ ਦੇ ਉੱਪਰ ਵਿਚਾਰ ਕਰਕੇ ਉਹਨਾਂ ਪੱਖਾਂ ਦੇ ਪ੍ਰਤੀ ਵਿਸ਼ਵ ਨੂੰ ਕਿਵੇਂ ਪ੍ਰਗਤੀ ਦੀਆਂ ਲੀਹਾਂ 'ਤੇ ਤੋਰਿਆ ਜਾ ਸਕਦਾ। ਜਿਵੇਂ ਸਿਹਤ ਦਾ ਖੇਤਰ ਹੈ, ਸਿੱਖਿਆ ਦਾ ਖੇਤਰ ਹੈ, ਇਸੇ ਤਰ੍ਹਾਂ ਅੱਤਵਾਦ ਦੀ ਸਮੱਸਿਆ ਹੈ ਤੇ ਗਰੀਬੀ ਭੁੱਖਮਰੀ ਦੀ ਸਮੱਸਿਆ ਹੈ। ਉਹਨਾਂ ਤਮਾਮ ਸਮੱਸਿਆਵਾਂ ਨੂੰ ਮਿਲ ਬੈਠ ਕੇ ਕਿਵੇਂ ਨਜਿੱਠਿਆ ਜਾ ਸਕਦਾ, ਉਹਨਾਂ ਦਾ ਹੱਲ ਕਿਵੇਂ ਢੂੰਡਿਆ ਜਾ ਸਕਦਾ, ਇਸ ਉਦੇਸ਼ ਵਾਸਤੇ G20 ਦੇਸ਼ਾਂ ਦਾ, ਭਾਵ 20 ਦੇਸ਼ਾਂ ਦਾ ਇੱਕ ਸਮੂਹ ਬਣਿਆ, ਜਿਹਦੇ ਵਿੱਚ ਭਾਰਤ ਦੀ ਭਾਗੀਦਾਰੀ ਵੀ ਹੈ। ਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ 2023 ਦੇ ਵਰ੍ਹੇ ਦੇ ਵਿੱਚ ਭਾਰਤ ਇਹਦੀ ਪ੍ਰਧਾਨਗੀ ਕਰ ਰਿਹਾ, ਤੇ ਮਾਣਯੋਗ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਸੰਮੇਲਨ ਹੈ ਨਵੀਂ ਦਿੱਲੀ ਦੇ ਵਿੱਚ ਹੋ ਰਿਹਾ, ਤੇ ਇਹਦੇ ਵਿੱਚ ਭਾਰਤ ਦੀ ਭੂਮਿਕਾ ਕੀ ਹੋ ਸਕਦੀ ਆ, ਤੇ ਇਹਦੇ ਨਾਲ ਭਾਰਤ ਕਿਵੇਂ ਵਿਕਾਸ ਕਰ ਸਕਦਾ, ਇਹ ਤਮਾਮ ਪੱਖ ਪਾਸਾਰ ਨੇ ਜਿਹੜੇ ਵਿਚਾਰ ਚਰਚਾ ਦੀ ਮੰਗ ਕਰਦੇ ਨੇ, ਤੇ ਭਾਰਤ ਦੀ ਇਹਦੇ ਵਿੱਚ ਸ਼ਾਮਲ ਹੋਣ ਲਈ ਕੀ ਤਿਆਰੀ ਹੋ ਸਕਦੀ ਆ। ਇਹਨਾਂ ਪੱਖਾਂ ਬਾਰੇ ਗੱਲਬਾਤ ਕਰਨ ਵਾਸਤੇ ਅੱਜ ਅਸੀਂ ਆਲ ਇੰਡੀਆ ਰੇਡੀਓ ਜਲੰਧਰ ਦੇ ਸਟੂਡੀਓ ਦੇ ਵਿੱਚ ਇਕੱਤਰ ਹੋਏ ਹਾਂ। ਮੇਰੇ ਨਾਲ ਮੇਰੇ ਪੈਨਲਿਸਟ ਵਿਚਾਰ ਚਰਚਾ ਦੇ ਵਿੱਚ ਭਾਗੀਦਾਰ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੁਰਿੰਦਰ ਸੇਠ ਜੀ ਸ਼ਾਮਲ ਨੇ, ਜਿਹੜੇ ਕਿ ਮੈਨੇਜਿੰਗ ਐਡੀਟਰ ਨੇ ਇੱਕ ਨੈਸ਼ਨਲ ਪੱਧਰ ਦੀ ਅਖਬਾਰ ਦੇ। ਇਸੇ ਤਰ੍ਹਾਂ ਇਹ ਮੋਟੀਵੇਸ਼ਨਲ ਸਪੀਕਰ ਵੀ ਨੇ ਤੇ ਬਹੁਤ ਵੱਡੇ ਲੇਖਕ ਵੀ ਹਨ। ਤੋ ਮੈਂ ਸੁਰਿੰਦਰ ਸੇਠ ਜੀ ਦਾ ਸਟੂਡੀਓ ਦੇ ਵਿੱਚ ਸਵਾਗਤ ਕਰਦਾ ਜੀ। ਆਪ ਜੀ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਨਮਸਕਾਰ ਕਰਦਿਆਂ ਹੋਇਆਂ ਮੈਂ ਸਭ ਤੋਂ ਪਹਿਲਾਂ ਬੜੇ ਗਰਵ ਨਾਲ ਇਹ ਕਹਿ ਸਕਦਾ ਕਿ ਹਿੰਦੁਸਤਾਨ ਨੂੰ ਜਦੋਂ G20 ਦੀ ਪ੍ਰਧਾਨਗੀ ਮਿਲੀ ਜੀ, ਉਹਦੇ ਬਾਅਦ ਹਿੰਦੁਸਤਾਨ ਨੇ ਆਪਣੀ ਸੰਸਕ੍ਰਿਤੀ ਦੀ ਛਾਪ ਬਹੁਤ ਸਾਰੇ ਤਰੀਕਿਆਂ ਦੇ ਨਾਲ ਸਾਰੇ ਵਿਸ਼ਵ ਤੱਕ ਪਹੁੰਚਾਈ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਸ਼ਬਦ ਦਿੱਤਾ, ਵਾਸੁਦੈਵ ਕੁਟੁੰਬਕਮ। ਜੀ, ਸੰਸਕ੍ਰਿਤ ਦਾ ਲਫ਼ਜ਼ ਹੈ ਵਾਸੁਧਾ, ਵਸੁਧਾ ਯਾਨੀ ਧਰਤੀ, ਐਵ ਯਾਨੀ ਲਾਈਕ, ਔਰ ਕੁਟੁੰਬਕਮ ਯਾਨੀ ਪਰਿਵਾਰ। ਸੋ ਸਭ ਤੋਂ ਪਹਿਲੇ ਸਾਡੇ ਦੇਸ਼ ਨੇ ਸੰਦੇਸ਼ ਦਿੱਤਾ ਕਿ G20 ਦੇ ਅੰਡਰ ਅਸੀਂ ਸਾਰਿਆਂ ਨੇ ਮਿਲ ਕੇ ਇਸ ਧਰਤੀ ਨੂੰ ਆਪਣਾ ਇੱਕ ਧਰੋਹਰ ਮੰਨਦਿਆਂ ਹੋਇਆਂ, ਇੱਥੇ ਵਸਣ ਵਾਲੇ ਹਰ ਆਦਮੀ ਨੂੰ ਪਰਿਵਾਰ ਮੰਨਦਿਆਂ ਹੋਇਆਂ, ਉਹਨਾਂ ਸਾਰਿਆਂ ਦੇ ਭਵਿੱਖ ਨੂੰ ਅਸੀਂ ਸੰਯੁਕਤ ਰੂਪ ਵਿੱਚ ਸੋਚਣਾ ਹੈ, ਸੰਵਾਰਨਾ ਹੈ ਤੇ ਸੋਹਣਾ ਬਣਾਉਣਾ ਹੈ। ਜੀ, ਦੂਜਾ ਇੱਕ ਬਹੁਤ ਖੂਬਸੂਰਤ ਲਫ਼ਜ਼ ਹੋਰ ਸਾਡੇ ਦੇਸ਼ ਨੇ ਦਿੱਤਾ, ਉਹ ਜਦੋਂ ਉਹਨਾਂ ਨੇ ਕਿਹਾ ਕਿ ਕਲੀਨਰ, ਗ੍ਰੀਨਰ ਤੇ ਬਲੂਅਰ ਫਿਊਚਰ। ਜੀ, और मैंने इस तो एक छोटा जहा गाना याद आ गया, पुराना से छोटे तो गाते सन कि हरी हरी वसुंधरा से नीला नीला ये गगन, जी, कि जिस पे बादलों की पालकी उड़ा रहा पवन। यानी ਇਹ ਸਾਡੀ ਧਰਤੀ ਇੱਕ ਗ੍ਰੀਨ ਹੋਵੇ, ਜੀ, ਨੀਲਾ ਗਗਨ ਹੋਵੇ, ਜਿਸ ਤਰ੍ਹਾਂ ਕਿ ਧੂਏ ਨਾਲ ਸਾਹ ਘੁੱਟਦਿਆਂ ਹੋਇਆਂ ਅਸੀਂ ਜਿਉ ਰਹੇ ਸਾਂ, ਉਸ ਚੀਜ਼ ਨੂੰ ਅਸੀਂ ਹਟਾ ਦਈਏ, ਔਰ ਫਿਰ ਬਦਲਾਂ ਦੀ ਪਾਲਕੀ ਦੇ ਉੱਤੇ ਸਾਰੇ ਦੁਨੀਆ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਖੂਬਸੂਰਤੀ ਨਾਲ ਚੱਲ ਸਕੇ। ਸੋ ਭਾਰਤ ਦੀ ਸੰਸਕ੍ਰਿਤੀ ਨੂੰ, ਸਾਡੇ ਦੇਸ਼ ਦੀ ਲੀਡਰਸ਼ਿਪ ਨੂੰ ਇਹ ਬਹੁਤ ਵੱਡਾ ਸਲਾਮ ਹੈ ਕਿ ਉਹਨਾਂ ਨੇ ਇਸ ਸਾਲ ਵਿੱਚ ਇੱਕ ਨਵੀਂ ਦਿਸ਼ਾ ਦਿੱਤੀ ਹੈ, ਜਿਹਦੇ ਵਿੱਚ ਛਾਪ ਹੈ, ਕਿਉਂਕਿ ਇਹ ਜਿਹੜਾ ਵਾਸੁਦੈਵ ਕੁਟੁੰਬਕਮ ਹੈ, ਮਹਾ ਉਪਨਿਸ਼ਦ ਦੇ ਵਿੱਚੋਂ ਇਹ ਸ਼ਬਦ ਨਿਕਲੇ ਨੇ, ਔਰ ਉਹਦੇ ਬਾਅਦ ਹਿਤੋਪਦੇਸ਼ ਵਿੱਚ ਇਹਨਾਂ ਦੀ ਚਰਚਾ ਵੀ ਹੈ। ਸੋ ਸਾਰਿਆਂ ਦੇਸ਼ਾਂ ਨੂੰ ਹਿੰਦੁਸਤਾਨ ਵੱਲੋਂ ਪਹਿਲਾਂ ਇਹ ਸੋਚਣ ਦਾ ਤੋਹਫਾ ਹਿੰਦੁਸਤਾਨ ਨੇ ਦਿੱਤਾ। ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਬੜੇ ਸੰਖੇਪ ਦੇ ਵਿੱਚ G20 ਦੇ ਇਸ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਹੁਣ ਮੇਰੇ ਕੋਲ ਦੂਸਰੇ ਪੈਨਲਿਸਟ ਨੇ ਜਿਨ੍ਹਾਂ ਨੇ ਇਸ ਵਿਚਾਰ ਚਰਚਾ ਦੇ ਵਿੱਚ ਭਾਗ ਲੈਣਾ। ਡਾਕਟਰ ਇਕਬਾਲ ਸਿੰਘ ਜੀ, ਇਹ ਸਹਾਇਕ ਪ੍ਰੋਫੈਸਰ ਨੇ ਰਾਜਨੀਤੀ ਸ਼ਾਸਤਰ ਦੇ,
KMV ਜਲੰਧਰ ਦੇ ਵਿੱਚ ਕਾਰਜ ਕਰ ਰਹੇ ਨੇ। ਡਾਕਟਰ ਇਕਬਾਲ ਸਿੰਘ ਜੀ, ਆਪ ਜੀ ਦਾ ਵੀ ਇਸ ਵਿਚਾਰ ਚਰਚਾ ਦੇ ਵਿੱਚ ਸਵਾਗਤ ਹੈ। ਤੁਸੀਂ ਇਸ G20 ਬਾਰੇ ਕੀ ਸੋਚਦੇ ਹੋ? ਇਹਦੇ ਆਸ਼ੇ ਔਰ ਉਦੇਸ਼ ਕਿਹੜੇ ਨੇ? ਇਹਦੇ ਬਾਰੇ ਆਪਣੇ ਖਿਆਲ ਸਾਡੇ ਨਾਲ ਸਾਂਝੇ ਕਰੋ। ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। G20 ਅੰਤਰਰਾਸ਼ਟਰੀ ਪੱਧਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਆਰਥਿਕ ਸਹਿਯੋਗ ਦੇ ਮੰਤਵ ਨਾਲ ਬਣਾਇਆ ਗਿਆ ਸੰਗਠਨ ਹੈ। ਇਹ ਵਿਸ਼ਵ ਦਾ 80% GDP, 75% ਵਿਸ਼ਵ ਵਪਾਰ ਤੇ 60% ਵਿਸ਼ਵ ਦੀ ਜਨਸੰਖਿਆ ਨੂੰ ਕਵਰ ਕਰਦਾ ਹੈ। ਇਸ ਕਰਕੇ ਇਸ ਦੀ ਜਿਹੜਾ ਮਹੱਤਵ ਹੈ ਉਹ ਹੋਰ ਵੀ ਵੱਧ ਜਾਂਦਾ ਹੈ। ਤੇ ਇੰਡੀਆ ਨੂੰ ਇਸ ਸਾਲ G20 ਦੀ ਪ੍ਰਧਾਨਗੀ ਮਿਲੀ ਹੈ। ਪੂਰਾ 1 ਸਾਲ ਇੰਡੀਆ ਚੇਅਰਪਰਸਨ ਦੇ ਤੌਰ ਤੇ ਕੰਮ ਕਰੇਗਾ। ਇਸ ਵੇਲੇ ਇੰਡੀਆ ਦੀਆਂ ਜਿਹੜੀਆਂ ਮੇਨ ਪਹਿਲ ਕਦਮੀਆਂ ਨੇ ਉਹ ਕੁੱਲ 6 ਨੇ, ਜਿਹਦੇ ਵਿੱਚ ਪਹਿਲਾ ਹੈ ਵਾਤਾਵਰਣ ਦੀ ਸੁਰੱਖਿਆ, ਹਰਿਆਵਲ ਵਿਕਾਸ, ਜਲਵਾਯੂ, ਟਿਕਾਊ ਵਿਕਾਸ, ਲਚਕੀਲਾ ਅਤੇ ਤੇਜ਼ ਵਿਕਾਸ, ਔਰਤਾਂ ਦੀ ਸੁਰੱਖਿਆ ਅਤੇ ਵਿਕਾਸ, ਬਹੁਪੱਖੀ ਵਪਾਰ, ਤਕਨੀਕੀ ਪਰਿਵਰਤਨ ਅਤੇ 21ਵੀਂ ਸਦੀ ਦੀਆਂ ਬਹੁਪੱਖੀ ਸੰਸਥਾਵਾਂ। ਮੁੱਖ ਤੌਰ ਤੇ G20 2 ਸਮਾਂਤਰ ਟਰੈਕਾਂ ਦੇ ਤੌਰ ਤੇ ਕੰਮ ਕਰਦਾ ਹੈ, ਜਿਸ ਵਿੱਚ ਪਹਿਲਾ ਵਿੱਤੀ ਟਰੈਕ ਹੈ, ਜਿਸ ਵਿੱਚ ਹਰ ਮੈਂਬਰ ਦੇਸ਼ ਦੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕਾਂ ਦੇ ਗਵਰਨਰ, ਜਿਵੇਂ ਕਿ ਭਾਰਤ ਦੇ ਵਿੱਚ RBI ਦੇ ਗਵਰਨਰ ਦੇ ਮੁਖੀ ਨੂੰ ਸ਼ਾਮਲ ਕੀਤਾ ਜਾਂਦਾ ਹੈ। ਦੂਸਰਾ ਸ਼ੇਰਪਾ ਟਰੈਕ ਹੈ, ਜਿਹੜੇ ਕਿ ਰਾਜਾਂ ਦੇ ਮੁਖੀਆਂ, ਸਰਕਾਰਾਂ ਦੇ ਮੁਖੀਆਂ ਦੇ ਨਿੱਜੀ ਲੀਡਰ ਹੁੰਦੇ ਹਨ, ਪ੍ਰਤੀਨਿਧੀ ਹੁੰਦੇ ਹਨ। ਜਿਵੇਂ ਇਸ ਵਾਰੀ ਅਮਿਤਾਭ ਕਾਂਤ ਨੂੰ ਇੰਡੀਆ ਦੇ ਸ਼ੇਰਪਾ ਵਜੋਂ ਨਿਯੁਕਤ ਕੀਤਾ ਗਿਆ ਹੈ। ਸ਼ੇਰਪਾ ਇੱਕ ਬੜਾ ਮਹੱਤਵਪੂਰਨ ਗਰੁੱਪ ਹੈ, ਜਿਸ ਦੀ ਮੀਟਿੰਗ ਹਰ ਸਾਲ ਹੁੰਦੀ ਰਹਿੰਦੀ ਹੈ ਤੇ ਇਹ ਲੀਡਰ ਇਕੱਠੇ ਹੋ ਕੇ ਇੱਕ ਮੰਚ ਤੇ ਗੱਲਬਾਤ ਕਰਕੇ ਡਿਸਾਈਡ ਕਰਦੇ ਹਨ ਕਿ ਕਿਹੜੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਵੇਗਾ। ਫਿਰ ਇਸ ਵਿੱਚ ਕੁਝ ਰੁਝੇਵੇਂ ਸਮੂਹ ਵੀ ਸ਼ਾਮਲ ਕੀਤੇ ਗਏ ਨੇ, ਜਿਵੇਂ ਕਿ ਮੈਂਬਰ ਪਾਰਲੀਮੈਂਟ ਹੁੰਦੇ ਨੇ, ਇਹਨਾਂ ਵਿੱਚ ਨਾਗਰਿਕ ਸਮਾਜ ਦੇ ਮੈਂਬਰ ਹੁੰਦੇ ਨੇ, ਭਾਰਤ ਸਰਕਾਰ ਦੇ ਜਾਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਦੇ ਥਿੰਕ ਟੈਂਕ ਹੁੰਦੇ ਨੇ, ਔਰਤਾਂ ਦੇ ਗਰੁੱਪ, ਨੌਜਵਾਨ ਵਰਗ ਦੇ ਗਰੁੱਪ, ਲੇਬਰ ਦੇ ਪ੍ਰਤੀਨਿਧੀ, ਕਾਰੋਬਾਰੀ ਅਤੇ ਰਿਸਰਚਰ ਸਮੂਹ ਦੇ ਮੈਂਬਰ ਸਹਿਬਾਨ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਭ ਤੋਂ ਮੇਨ ਚੀਜ਼ ਜਿਹੜੀ ਭਾਰਤ ਦੇ ਸਾਹਮਣੇ ਹੁਣ ਜੋ ਭਾਰਤ ਦੀ ਪ੍ਰਧਾਨਗੀ ਦੇ ਵਿੱਚ ਜਿਹੜੀਆਂ ਚੁਣੌਤੀਆਂ ਆ ਰਹੀਆਂ ਨੇ, ਜਿਨ੍ਹਾਂ ਨੂੰ ਭਾਰਤ ਵੱਲੋਂ ਬੜੀ ਗੰਭੀਰਤਾ ਦੇ ਨਾਲ ਦੇਖਿਆ ਜਾ ਰਿਹਾ ਹੈ, ਪਹਿਲਾ ਹੈ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦਾ ਪੁਨਰਗਠਨ ਕਰਨਾ ਅਤੇ ਉਸ ਦੀਆਂ ਵੱਖ-ਵੱਖ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਨੂੰ ਸੁਧਾਰਨਾ। ਦੂਜਾ ਇਸ ਵਿੱਚ ਹੈ ਰੂਸ ਯੂਕਰੇਨ ਦਾ ਲਗਾਤਾਰ ਚੱਲ ਰਿਹਾ ਯੁੱਧ, ਜਿਹੜਾ ਕਿ ਪਿਛਲੇ ਲਗਭਗ 1.5 ਸਾਲ ਤੋਂ ਚੱਲ ਰਿਹਾ ਹੈ। ਤੀਸਰੇ ਨੰਬਰ ਤੇ ਹੈ ਪਰਮਾਣੂ ਹਥਿਆਰਾਂ ਦਾ ਜਿਹੜਾ ਖਤਰਾ ਵੱਧ ਰਿਹਾ ਹੈ। ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਭਾਰਤ ਨੇ NPT, CTBT ਤੇ ਸਾਈਨ ਨਹੀਂ ਕੀਤੇ, ਤੇ ਉਸ ਸਥਿਤੀ ਦੇ ਵਿੱਚ ਅਸੀਂ ਦੂਜੇ ਦੇਸ਼ਾਂ ਨੂੰ ਦਬਾਅ ਪਾਉਣਾ ਹੈ ਕਿ ਉਹ ਆਪਣੀ ਪਰਮਾਣੂ ਨੀਤੀ ਨੂੰ ਕੰਟਰੋਲ ਕਰਨ। ਡਾਕਟਰ ਸਾਹਿਬ, ਇਹ ਜਿਹੜਾ G20 ਦਾ ਸੰਮੇਲਨ ਹਿੰਦੁਸਤਾਨ ਦੇ ਵਿੱਚ ਹੋ ਰਿਹਾ, ਮੈਂ ਆਪਣੇ ਤੀਸਰੇ ਸਾਥੀ ਡਾਕਟਰ ਨਿਰਮਲ ਸਿੰਘ ਹੁਣਾਂ ਕੋਲ ਜਾਣਾ ਚਾਹਾਂਗਾ, ਜਿਹੜੇ ਕਿ ਸਹਾਇਕ ਪ੍ਰੋਫੈਸਰ ਨੇ ਰਾਜਨੀਤੀ ਸ਼ਾਸਤਰ ਦੇ ਦੁਆਬਾ ਕਾਲਜ ਜਲੰਧਰ ਦੇ ਵਿੱਚ। ਡਾਕਟਰ ਨਿਰਮਲ ਸਿੰਘ ਜੀ, ਤੁਸੀਂ ਰਾਜਨੀਤੀ ਸ਼ਾਸਤਰ ਦੇ ਇੱਕ ਪ੍ਰੋਫੈਸਰ ਹੋ, ਤੇ ਮੈਂ ਇਹ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਭਾਰਤ ਦੀ ਤਰੱਕੀ ਦੇ ਵਿੱਚ ਇਸ ਜਿਹੜਾ G20 ਦਾ ਸੰਮੇਲਨ ਹੋ ਰਿਹਾ, ਭਾਰਤ ਦੀ ਮੇਜ਼ਬਾਨੀ ਤੇ ਪ੍ਰਧਾਨਗੀ ਕਰ ਰਿਹਾ, ਇਹਦੇ ਵਿੱਚ ਭਾਰਤ ਦੀ ਤਰੱਕੀ ਵਿੱਚ ਇਹਦਾ ਕੀ ਯੋਗਦਾਨ ਹੋ ਸਕਦਾ? ਤੁਸੀਂ ਇਹ ਤੋਂ ਕੀ ਸਮਝਦੇ ਹੋ? ਸ਼ੁਕਰੀਆ ਜੀ। ਜਿਹੜੇ ਇਸ ਤੁਹਾਡੇ ਕੁਐਸਚਨ ਦਾ ਆਨਸਰ ਦੇਣ ਤੋਂ ਪਹਿਲੇ ਮੈਂ ਥੋੜ੍ਹਾ ਦੱਸਣਾ ਚਾਹਾਂਗਾ ਕਿ ਜਦੋਂ ਆਪਾਂ ਇਹਦੇ ਲੋਗੋ ਦੀ ਗੱਲ ਕਰਦੇ ਹਾਂ ਨਾ ਜੀ, ਤੇ ਇਹਦੇ ਥੀਮ ਦੀ, ਉਹ 'ਚ ਆਪਾਂ ਕਿਤੇ ਆ ਵਨ ਫੈਮਿਲੀ, ਠੀਕ ਹੈ ਜੀ, ਤੇ ਵਨ ਫਿਊਚਰ। ਹੁਣ ਜਦੋਂ ਆਪਾਂ ਵਨ ਫੈਮਿਲੀ ਕਹਿ ਰਹੇ ਹਾਂ ਨਾ ਜੀ, ਉਹਦੇ ਵਿੱਚ ਚਾਰੇ ਹੀ ਤਰ੍ਹਾਂ ਦੀਆਂ ਲਾਈਫ ਹੈ, ਜਿੱਦਾਂ ਐਨੀਮਲਸ ਨੇ, ਪਲਾਂਟਸ ਨੇ, ਠੀਕ ਹੈ ਜੀ, ਆਪਾਂ ਇਨਸਾਨ ਆ, ਔਰ ਉਹ ਜੀਵ ਵੀ ਜਿਹੜੇ ਆਪਾਂ ਆਪਣੀ ਅੱਖਾਂ ਨਾਲ ਨਹੀਂ ਦੇਖ, ਮਾਈਕਰੋ ਆਰਗੇਨਿਜ਼ਮ ਜਿਹਨਾਂ ਨੂੰ ਕਹਿੰਦੇ ਆ।
ਔਰ ਇਸੇ ਤਰ੍ਹਾਂ ਇਸੇ ਤੋਂ ਪ੍ਰੇਰਨਾ ਲੈਂਦੇ ਰਹੇ ਪੂਰਾ ਯੂਨੀਵਰਸ ਦੇ ਵਿੱਚ ਜੋ ਜੋ ਐਗਜ਼ਿਸਟ ਕਰਦਾ ਵਾ ਉਹਦੀ ਚਰਚਾ ਜਿਹੜੀ ਆ ਇਸ ਗਰੁੱਪ G20 ਨੇ ਕਰਨੀ। ਬਹੁਤ ਪਰ ਆਪਾਂ ਇੱਕ ਹੋਰ ਚੀਜ਼ ਯਾਦ ਰੱਖ ਸਕਦੇ ਹਾਂ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ G20 ਆਂਦਾ ਵਾ ਜੀ, ਇਹਦਾ ਮੇਨ ਮਕਸਦ ਸਿਰਫ ਹੈਗਾ ਹੈ ਕਿ ਜਿਹੜੇ ਮੈਕਰੋ ਇਕਨੋਮਿਕ ਇਸ਼ੂ ਉਹਨਾਂ ਨੂੰ ਲੈਣਾ ਆਪਾਂ ਜੀ। ਪਰ ਹੌਲੀ ਹੌਲੀ ਆਪਾਂ ਦੇਖਿਆ ਕਿ ਅਮਰੀਕਨ ਕ੍ਰਾਈਸਿਸ ਆ ਗਈ ਜੀ, ਬੈਂਕ ਪੂਰੇ ਦੇਸ਼ ਮੰਦੀ ਦਾ ਦੌਰ ਦੇਖਣਾ, ਰਿਸੈਸ਼ਨ ਸ਼ੁਰੂ ਹੁੰਦੀ ਜੀ। ਫਿਰ ਦੇਸ਼ ਹੀ ਜਿਹੜੇ ਨਾ ਹੈਡ ਆਫ ਦੀ ਸਟੇਟ ਜਿਹੜੇ ਪਹਿਲੇ ਬੈਂਕ ਗਵਰਨਰ ਸਿਰਫ ਤੇ ਫਾਈਨਾਂਸ ਮਿਨਿਸਟਰ ਸੀ ਜੀ, ਇਹਨਾਂ ਸੋਚੇ ਕਿ ਕਿਉਂ ਨਾ ਜਿਹੜੇ ਦੇਸ਼ਾਂ ਦੇ ਮੁਖੀ ਉਹਨਾਂ ਨੂੰ ਇਨਵੋਲਵ ਕਰੀਏ ਜੀ ਤੇ ਇਹਦਾ ਦਾਇਰਾ ਵਧਾ ਦਈਏ, ਜਿਸ 'ਚ ਗਰੀਬੀ ਦੀ ਗੱਲ ਵੀ ਹੋਵੇ, ਟ੍ਰੇਡ ਦੀ ਗੱਲ ਹੋਵੇ, ਐਜੂਕੇਸ਼ਨ ਦੀ, ਇੰਪਲੋਇਮੈਂਟ ਦੀ ਗੱਲ ਵੀ ਹੋਵੇ ਜੀ। ਹੁਣ ਜੇ ਆਪਾਂ ਇਹ ਸਾਰੀਆਂ ਗੱਲਾਂ ਨੂੰ ਇੰਡੀਆ ਦੇ ਸਾਹਮਣੇ ਰੱਖ ਕੇ ਤੇ ਇੰਡੀਆ ਕੀ ਰੋਲ ਨਿਭਾਏਗਾ ਜਾਂ ਇੰਡੀਆ ਨੂੰ ਕੀ ਫਾਇਦਾ ਹੋਵੇਗਾ, ਕਿਉਂਕਿ ਇੰਡੀਆ ਸਾਰੀਆਂ ਚੀਜ਼ਾਂ ਨੂੰ ਮਹਿਸੂਸ ਕਰ ਰਿਹਾ ਜਾਂ ਇੰਡੀਆ ਦੇ ਲੋਕ ਉਹਨਾਂ ਚੀਜ਼ਾਂ 'ਚੋਂ ਗੁਜ਼ਰੇ 'ਚ ਇੰਪਲੋਇਮੈਂਟ ਬਹੁਤ ਵੱਡਾ ਇਸ਼ੂ ਆ ਸਾਡੇ ਕਿ ਹਰ ਇੱਕ ਨੂੰ ਚਾਹੀਦਾ। ਤੁਸੀਂ ਇਜਾਜ਼ਤ ਦਿਓ ਤੇ ਮੈਂ G20 ਦੀ ਆਤਮਾ ਨੂੰ ਜੀ ਛੂਹਣ ਦੀ ਕੋਸ਼ਿਸ਼ ਕਰਾਂਗਾ ਜੀ। ਸੁਰਿੰਦਰ ਸੈਠ, ਅਗਰ ਅਸੀਂ ਅੱਜ ਕਹੀਏ ਜੀ ਕਿ ਉਹਨਾਂ ਨੇ ਇਹ ਕਿਹਾ ਕਿ ਸਤਤ ਔਰ ਨਿਆਏ ਸੰਗਤ ਵਿਕਾਸ, ਯਾਨੀ ਵਿਕਾਸ ਉਹ ਹੋਵੇ, ਤੇ ਸਾਡੇ ਸਾਹਮਣੇ ਇੱਕ ਤਸਵੀਰ ਉੱਭਰ ਰਹੀ ਸੀ ਕਿ ਸਾਰੇ ਦੀ ਸਾਰੀ ਦੁਨੀਆ ਦੋ ਪਾੜ ਹੋ ਰਹੀ ਸੀ, ਇੱਕ ਪਾਸੇ ਬਹੁਤ ਗਰੀਬ ਤੇ ਇੱਕ ਪਾਸੇ ਬਹੁਤ ਅਮੀਰ, ਔਰ ਇੱਕ ਨਵੀਂ ਕਲਾਸ ਵਾਰ ਦੇ ਵਾਸਤੇ ਜਿਹੜਾ ਚੌਥਾ ਮਹਾਯੁੱਧ ਹੁੰਦਾ, ਇੱਕ ਬੜਾ ਭਿਆਨਕ ਯੁੱਧ ਸਾਡੇ ਸਾਹਮਣੇ ਹੋ ਸਕਦਾ ਸੀ। ਫਿਰ ਉਹਨਾਂ ਨੇ ਕਿਹਾ ਪਰਿਆਵਰਨ ਨੂੰ ਬਚਾਉਣਾ ਜੀ। ਅਸੀਂ ਇਹ ਦੇਖਿਆ ਹੈ ਕਿ ਅੱਜ ਗਰੀਬ ਹੋਵੇ ਦੇਸ਼, ਅਮੀਰ ਹੋਵੇ, ਜਿੱਥੇ ਬਰਫ਼ ਨਹੀਂ ਸੀ ਪੈਂਦੀ ਉੱਥੇ ਬਰਫ਼ਾਂ, ਜਿੱਥੇ ਤੂਫਾਨ ਨਹੀਂ ਉੱਥੇ ਤੂਫਾਨ, ਜਿੱਥੇ ਸ਼ਹਿਰ ਸਾਨੂੰ ਤਬਾਹ ਬਰਬਾਦ ਹੋ ਰਹੇ ਨੇ, ਕਿਉਂਕਿ ਆਦਮੀ ਨੇ ਆਪਣੇ ਰੁਪਈਏ ਕਮਾਉਣ ਵਾਸਤੇ ਪ੍ਰਕਿਰਤੀ ਦੇ ਨਾਲ ਜ਼ਿਆਦਤੀ ਕੀਤੀ। ਇਹ ਆਤਮਾ ਦਾ ਦੂਸਰਾ ਵੀ ਸੀ। ਫਿਰ ਉਹਨਾਂ ਨੇ ਕਿਹਾ ਕਿ ਕਲਚਰਲ ਹੈਰੀਟੇਜ ਨੂੰ ਬਚਾਓ ਜੀ। ਜਿਸ ਬੰਦੇ ਨੂੰ ਆਪਣੀ ਵਿਰਾਸਤ ਦੀ ਇੱਜ਼ਤ ਕਰਨਾ ਨਹੀਂ ਆਉਂਦਾ ਉਹ ਅਗਲਾ ਇਤਿਹਾਸ ਨਹੀਂ ਲਿਖ ਸਕਦਾ। ਇਸ ਕਰਕੇ ਜਦ ਤੱਕ, ਔਰ ਫਿਰ ਉਹਨਾਂ ਨੇ ਕਿਹਾ ਸੁਸ਼ਾਸਨ ਜੀ, ਗੁੱਡ ਗਵਰਨੈਂਸ। ਅਸੀਂ ਕਿਸੇ ਵੀ ਦੇਸ਼ 'ਚ ਚਲੀਏ, ਮੈਂ ਕਿਸੇ ਦੇਸ਼ ਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਾਂ ਨਹੀਂ ਲੈਂਦਾ ਜੀ, ਆਮ ਨਾਗਰਿਕ ਸਿਰਫ ਇੱਕ ਖਿਡੌਣਾ ਬਣ ਗਿਆ ਰਾਜਨੀਤਿਕ ਨੇਤਾਵਾਂ ਦੇ ਹੱਥ ਵਿੱਚ, ਜਿਹਨੂੰ ਉਹ ਕਠਪੁਤਲੀਆਂ ਵਾਂਗ ਨਚਾਉਂਦੇ ਨੇ ਝੂਠੇ ਸੱਚੇ ਨਾਅਰੇ ਦੇ ਕੇ। ਇਸ ਕਰਕੇ ਕਿਹਾ ਗੁੱਡ ਗਵਰਨੈਂਸ। ਸੋ ਇਹ ਸਾਡੇ ਚਾਰ ਜਿਹੜੇ ਬੇਸਿਕ ਮੁੱਦੇ ਸਨ, ਜਿਹਨੂੰ ਲੈ ਕੇ ਇਨਸਪਾਇਰ ਹੋ ਕੇ ਇਹ ਨੈਸ਼ਨਲ ਹੈਡਸ ਜਿਹੜੇ ਸਨ ਉਹ ਅੱਗੇ ਆਏ। ਮੇਰਾ ਖਿਆਲ ਹੈ ਮੇਰੇ ਦੋਸਤ ਇਸ G20 ਦੀ ਆਤਮਾ ਦੀ ਜਿਹੜੀ ਵਿਆਖਿਆ ਮੈਂ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਅੱਛਾ, ਉਹਦੇ ਨੇੜੇ। ਦੇਖੋ ਜਿਹਦੇ ਵਿੱਚ ਇੱਕ ਹੋਰ ਗੱਲ ਹੈਗੀ ਹੈ ਕਿ ਜਿਹੜੇ ਖਾਸ ਕਰ ਗਰੀਬ ਦੇਸ਼ ਜਿਨ੍ਹਾਂ ਨੂੰ ਕਹਿੰਦੇ ਜਾਂ ਡਿਵੈਲਪਿੰਗ ਆਪਾਂ ਵਿਕਾਸਸ਼ੀਲ ਦੇਸ਼ ਨੇ, ਉਹਨਾਂ ਦੀ ਬੜੀ ਵੱਡੀ ਸਮੱਸਿਆ ਵਾ ਕਰਪਸ਼ਨ ਦੀ ਉੱਥੇ ਜੀ। ਤਾਂ G20 ਦੇ ਵਿੱਚ ਇੱਕ ਬੜਾ ਵੱਡਾ ਉਹਨਾਂ ਇੱਕ ਥੀਮ ਰੱਖੀ ਹੋਈ ਹੈ ਐਂਟੀ ਕਰਪਸ਼ਨ ਦੀ ਵੀ, ਜਿੱਤੇ ਪੂਰੀ ਦੁਨੀਆ ਦੇ ਵਿੱਚ ਜਿੱਦਾਂ ਸੇਠ ਸਾਹਿਬ ਦੱਸ ਰਹੇ ਨੇ ਕਿ ਗੁੱਡ ਗਵਰਨੈਂਸ ਕੀ ਹੈ, ਕਿ ਜਦੋਂ ਆਪਾਂ ਕਰਪਸ਼ਨ ਨੂੰ ਪਿੱਛੇ ਹੋਵੇਗੀ, ਕਰਪਸ਼ਨ ਦੀ ਰੋਕਥਾਮ ਹੋਵੇਗੀ, ਗੁੱਡ ਗਵਰਨੈਂਸ ਨੂੰ ਆਪਾਂ ਉਸ ਸਾਡਾ ਇੱਕ ਕਦਮ ਸ਼ੁਰੂ ਹੋ ਜਾਣਗੇ ਜੀ। ਪਰ ਨਾਲ ਦੀ ਨਾਲ ਜਿਹੜਾ ਲਾਸਟ ਬੈਠਾ ਵਾ ਬੰਦਾ ਪਾਵਰਟੀ ਦੇ ਵਿੱਚ, ਉਹਦੀ ਗੱਲ ਕੌਣ ਕਰੇਗਾ ਜੀ। ਤਾਂ G20 ਦੇ ਵਿੱਚ ਇੰਡੀਆ ਦੀ ਪ੍ਰਧਾਨਗੀ ਦੇ ਵਿੱਚ ਹੋਣ ਦਾ ਮਤਲਬ ਹੈ ਕਿ ਇੰਡੀਆ ਜਿਹੜਾ ਵਾ ਉਸ ਲਾਸਟ ਜਿਹੜਾ ਗਰੀਬ ਤੋਂ ਗਰੀਬ ਦੇਸ਼ ਹੈ, ਗਰੀਬ ਤੋਂ ਗਰੀਬ ਵਿਅਕਤੀ ਆ, ਉਹਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰੇਗਾ ਇੰਡੀਆ ਜੀ। ਔਰ ਜਿਹੜਾ ਗੈਪ ਹੈਗਾ ਵਾ ਜੀ ਅਮੀਰ ਤੇ ਗਰੀਬ ਦੇਸ਼ਾਂ ਦਾ, ਗਲੋਬਲ ਸਾਊਥ ਤੇ ਗਲੋਬਲ ਨਾਰਥ ਜਿਹਨੂੰ ਕਹਿੰਦੇ ਆ, ਉਹ ਗੈਪ ਘਟਾਉਣ ਦਾ ਨਾਲ ਦੀ ਨਾਲ ਗਲੋਬਲ ਸਾਊਥ ਦੀ ਜਿਹੜੇ ਸਮੱਸਿਆਵਾਂ ਵਾ ਉਹ ਸਾਰੇ ਅਮੀਰ ਦੇਸ਼ ਆਪਸ ਬੈਠ ਕੇ ਉਹਦੇ ਵਾਸਤੇ ਚਰਚਾ ਵੀ ਹੋਵੇ, ਉਹਦੇ ਵਾਸਤੇ ਜੋ ਹੱਲ ਹੈਗੇ ਨੇ ਆਪਾਂ ਵੀ ਦੱਸੀਏ ਤੇ ਉਹ ਵੀ ਦੱਸੀਏ, ਉਸ ਕਦਮ ਨੂੰ ਜਿਹੜੇ ਆ ਆਪਾਂ ਉਹਨਾਂ ਦੇ ਹੱਲ ਕਰ ਸਕੀਏ ਜਿਹੜੇ ਸਾਡੇ ਦੇਸ਼ਾਂ ਦੇ ਪ੍ਰੋਬਲਮ। ਕਿਉਂਕਿ ਅਸੀਂ ਭਾਰਤ ਦੀ ਗੱਲ ਕਰ ਰਹੇ ਹਾਂ, ਮੈਂ ਥੋੜੀ ਜਿਹੀ ਭਾਰਤ ਵੱਲ ਹੋਰ ਤੁਹਾਨੂੰ ਜਾਇਦਾਦ ਦੀ ਕੋਸ਼ਿਸ਼ ਕਰਾਂਗਾ। ਜਨ ਭਾਗੀਦਾਰੀ ਕਾਰਜਕ੍ਰਮ ਦੇ ਨਾਲ ਹਿੰਦੁਸਤਾਨ ਨੇ ਸ਼ੁਰੂ ਕੀਤਾ, ਔਰ ਸਭ ਤੋਂ ਪਹਿਲਾਂ ਤੁਸੀਂ ਐਜੂਕੇਸ਼ਨ 'ਚੋਂ ਯੂਨੀਵਰਸਿਟੀਆਂ 75 ਇੰਸਟੀਟਿਊਸ਼ਨ ਦੇ ਰੈਪਰੈਜ਼ੈਂਟ ਨੂੰ ਇਕੱਠਾ ਕੀਤਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ। ਟੀਚਰ ਨੂੰ ਇਹ ਮੰਨਿਆ ਗਿਆ ਕਿ ਸਭ ਤੋਂ ਵੱਡਾ ਕਿਸੇ ਦੇਸ਼ ਦਾ ਸੰਦੇਸ਼ ਵਾਹਕ ਜਿਹੜਾ ਹੈ ਉਹ ਟੀਚਰ ਹੈ ਜੀ। ਸੋ ਉਸ ਨੂੰ ਕੀਤਾ। ਫਿਰ ਦੂਸਰਾ ਕਾਰਜਕ੍ਰਮ ਹਿੰਦੁਸਤਾਨ ਸਰਕਾਰ ਨੇ ਜਿਹੜਾ ਕੀਤਾ ਉਹ ਸੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਜਿਹੜੀਆਂ ਹਿੰਦੁਸਤਾਨ ਦੀਆਂ 100 ਸਭ ਤੋਂ ਵੱਡੀਆਂ ਇਤਿਹਾਸਿਕ ਬਿਲਡਿੰਗਾਂ ਸਨ ਉਹਨਾਂ ਨੂੰ ਲਾਈਟ ਅਪ ਕੀਤਾ, ਲੋਗੋ
ਔਰ ਕਲਰ ਜਿਹੜਾ ਸੀ ਉਹ G20 ਦਾ ਸੀ, ਤਾਂ ਕਿ ਆਮ ਆਦਮੀ ਜੁੜੇ ਕਿ G20 ਤੁਹਾਨੂੰ ਕਹਿ ਰਹੀ ਹੈ ਕਿ ਜਿਹੜੇ ਤੁਹਾਡੇ ਕੋਲ ਐਡੀਆਂ ਵੱਡੀਆਂ ਵਿਰਾਸਤ ਦੀਆਂ ਚੀਜ਼ਾਂ ਨੇ, ਉਹਦੇ ਵਿੱਚ ਪੂਜਾ ਸਥਲ ਵੀ ਨੇ, ਉਹਦੇ ਇਤਿਹਾਸਿਕ ਕਿਲੇ ਵੀ ਨੇ, ਉਹਨਾਂ ਦਾ ਮਾਣ ਕਰੋ। ਮਾਣ ਜਦੋਂ ਅਸੀਂ ਆਪਣੇ ਦੇਸ਼ ਦਾ ਕਰਾਂਗੇ, ਸਾਡੀ ਆਤਮਾ 'ਚ ਆਪਣੇ ਵਾਸਤੇ ਸੈਲਫ ਐਸਟੀਮ ਤੇ ਮਾਣ ਉੱਠਦਾ। ਇਹ ਦੂਸਰਾ ਕਾਰਿਆਕ੍ਰਮ ਉਹਨਾਂ ਦਾ ਸੀ। ਫਿਰ ਉਹਦੇ ਬਾਅਦ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਚੀਜ਼ ਨਾਲ ਜੋੜਿਆ, ਇਹ ਅੰਮ੍ਰਿਤ ਕਾਲ ਉਹਨਾਂ ਨੇ ਕਿਹਾ ਕਿ ਇਹ ਸਾਡਾ ਹੈ। ਔਰ ਅੰਮ੍ਰਿਤ ਕਾਲ ਜਿਹੜਾ ਹੈ ਉਹ 25 ਸਾਲ ਪੂਰੇ ਹੋਣੇ ਨੇ ਸਨ 47 ਦੇ ਵਿੱਚ, 2047 'ਚ, ਔਰ 2022 'ਚ ਸਾਨੂੰ ਇਹਦੀ ਪ੍ਰਧਾਨਗੀ ਮਿਲੀ 1 ਸਾਲ ਵਾਸਤੇ। ਸੋ ਇੱਕ ਅੰਮ੍ਰਿਤ ਕਾਲ ਨਾਲ ਜੋੜਿਆ ਤਾਂ ਕਿ ਅਸੀਂ ਨੁਹਾਰ ਬਦਲ ਸਕੀਏ ਇਸ ਦੇਸ਼ ਦੀ, ਔਰ ਇਸ ਨਾਲ ਚੱਲਦਿਆਂ ਹੋਇਆਂ ਸਾਰੀ ਦੁਨੀਆ ਦੀ, ਸਿਰਫ ਹਿੰਦੁਸਤਾਨ 'ਚ ਅੰਮ੍ਰਿਤ ਕਾਲ ਨਾ ਆਵੇ, ਸਾਰੇ G20 ਦੇ ਮੈਂਬਰਾਂ 'ਚ ਕੀ ਸਾਰੀ ਧਰਤੀ ਤੇ ਸਾਰੇ ਪਰਿਵਾਰਾਂ ਵਿੱਚ ਅੰਮ੍ਰਿਤ ਕਾਲ ਆਵੇ। ਇਹ ਸਾਡੀ ਆਤਮਾ ਸੀ। ਸਿੰਘ ਸਾਹਿਬ, ਮੈਂ ਇੱਕ ਹੋਰ ਸਾਤੋਂ ਪੁੱਛਣਾ ਚਾਹਾਂਗਾ ਕਿ ਜਿਵੇਂ ਪਹਿਲਾਂ G7 ਸੀ ਜੀ, ਅੱਜ G20 ਆ, ਕੀ ਭਵਿੱਖ ਦੇ ਵਿੱਚ ਇਹਦਾ ਘੇਰਾ ਹੋਰ ਵਿਸ਼ਾਲ ਹੋ ਸਕਦਾ, ਵੱਧ ਸਕਦਾ? ਉਹਦੇ ਵਾਸਤੇ ਕੁਝ ਸਾਨੂੰ ਜਰਮਨੀ ਦੀ ਦੀਵਾਰ ਵਕਨ ਦੀਆਂ ਦੀਵਾਰਾਂ ਤੋੜਨੀਆਂ ਪੈਣਗੀਆਂ ਜੀ। ਕਿੱਥੇ ਕਮਿਊਨਿਸਟ ਤੇ ਜੇ ਕੈਪੀਟਲਿਸਟ ਸੋ ਕਾਲਡ ਦੋ ਤਰ੍ਹਾਂ ਜੇ ਹੱਥ ਮਿਲਾਉਣ ਨੂੰ ਤਿਆਰ ਹੋ ਜਾਣਗੀਆਂ, ਕਿਉਂਕਿ ਦੁੱਖ ਸਾਰੇ ਸੇਮ ਜੀ। ਲਹੂ का रंग एक है, अमीर क्या गरीब क्या, बने हैं सबके वास्ते, अमीर क्या गरीब क्या। ਸੋ ਇਸ ਕਰਕੇ ਇਹ ਜਦ ਤੱਕ ਨਹੀਂ ਹੁੰਦਾ। ਪਰ ਮੈਂ ਫਿਰ ਵੀ ਇੱਥੇ ਇੱਕ ਜਿਹੜਾ ਛੋਟਾ ਜਿਹਾ ਹੋਰ ਇਸ਼ੂ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ। ਮੈਂ ਖਾਸ ਤੌਰ ਤੇ ਹਿੰਦੁਸਤਾਨ ਸੈਂਟਰਿਕ ਇਹਨੂੰ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ 2050 ਤੱਕ ਹਿੰਦੁਸਤਾਨ ਦੇ ਸਾਰੇ ਸ਼ਹਿਰਾਂ ਦੀ ਆਬਾਦੀ ਅੱਜ ਨਾਲੋਂ ਦੁੱਗਣੀ ਹੋ ਜਾਏਗੀ, ਜਦ ਕਿ ਵਾਟਰ ਰਿਸੋਰਸਿਸ, ਐਨਰਜੀ ਰਿਸੋਰਸਿਸ, ਟਰਾਂਸਪੋਰਟੇਸ਼ਨ ਰਿਸੋਰਸਿਸ ਕੋਈ ਨਹੀਂ। ਇਸ ਕਰਕੇ ਅਸੀਂ ਸਮਾਰਟ ਸਿਟੀ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ। ਕਿੰਨੇ ਸਮਾਰਟ ਹੋ ਜਾਣਗੇ ਰੱਬ ਜਾਣਦਾ। ਹਾਲੇ ਕਿ ਉਹ ਪੈਂਟ ਤੋਂ ਟੀ-ਸ਼ਰਟ ਤੇ ਆ ਜਾਣਗੇ ਕਿ ਬ੍ਰਾਂਡਡ ਜੀਨਸ ਪਾਉਣਗੇ, ਮੈਨੂੰ ਨਹੀਂ ਪਤਾ। ਪਰ ਆਈਡੀਆ ਇਹ ਸੀ ਕਿ ਜਿਹੜੀ ਪਾਪੂਲੇਸ਼ਨ ਹੈ ਉਹਨੂੰ ਜੀਣ ਦੀ ਸੁਵਿਧਾ ਮਿਲ ਸਕੇ, ਔਰ ਉਹਦੇ ਵਿੱਚ ਕੋਸ਼ਿਸ਼ ਇਹ ਕੀਤੀ ਗਈ ਕਿ ਪਾਵਰ, ਵੇਸਟ ਮੈਨੇਜਮੈਂਟ, ਅਫੋਰਡੇਬਲ ਹਾਊਸਿੰਗ, ਵਾਟਰ ਤੇ ਟਰਾਂਸਪੋਰਟੇਸ਼ਨ, ਇਹ 5 ਚੀਜ਼ਾਂ ਬੜੀਆਂ ਜ਼ਰੂਰੀ ਨੇ। ਆਪਣੀ ਪੰਜਾਬੀ ਭਾਸ਼ਾ 'ਚ ਅਸੀਂ ਹਮੇਸ਼ਾ ਕਹਿੰਦੇ ਸਾਂ ਕੁੱਲੀ ਗੁੱਲੀ ਤੇ ਜੁੱਲੀ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਜਿਵੇਂ ਕਿ ਤੁਸੀਂ ਪੁੱਛ ਰਹੇ ਸੀ ਕਿ G20 ਦਾ ਘੇਰਾ ਵਧਾਇਆ ਜਾ ਸਕਦਾ ਵਾ, ਇਹਦੇ ਵਿੱਚ ਮੈਂ ਕੁਝ ਐਡ ਕਰਨਾ ਚਾਹੁੰਦਾ ਹੈ ਕਿ G20 ਦੀ ਮੈਂਬਰਸ਼ਿਪ ਲੈਣ ਵਾਸਤੇ ਮੈਂਬਰ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਬੜੀ ਗੰਭੀਰਤਾ ਦੇ ਨਾਲ ਮੱਦੇਨਜ਼ਰ ਰੱਖਿਆ ਜਾਂਦਾ ਹੈ। ਭਾਰਤ ਦੀ ਜਿਹੜੀ ਅਰਥ ਵਿਵਸਥਾ ਹੈ, ਪਰ ਕੈਪੀਟਾ ਇਨਕਮ ਦੇ ਅਗਰ ਹਿਸਾਬ ਨਾਲ ਦੇਖਿਆ ਜਾਵੇ, ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਦੇਖਿਆ ਜਾਏ 0.66% ਹੈ। ਪਰ ਫਿਰ ਵੀ ਜਿਹੜੇ ਮੈਂਬਰ ਦੇਸ਼ ਨੇ, ਸਭ ਦੂਜੀ ਚੀਜ਼ ਜਿਹੜੀ ਟਰੋਇਕਾ ਨੂੰ ਜਦੋਂ ਆਪਾਂ ਡਿਸਕਸ ਕਰਦੇ ਹਾਂ ਕਿ ਟਰੋਇਕਾ ਮਤਲਬ ਜਿੱਥੇ ਪਿਛਲੀ ਵਾਰ ਲਾਸਟ ਟਾਈਮ ਮੀਟਿੰਗ ਹੋਈ, ਜਿਹਨੂੰ ਪ੍ਰਧਾਨਗੀ ਮਿਲੀ, ਜਿਹੜਾ ਮੌਜੂਦਾ ਤੌਰ 'ਤੇ ਪ੍ਰਧਾਨਗੀ ਕਰ ਰਿਹਾ ਹੈ ਜਾਂ ਜਿਹਨੂੰ ਫਿਊਚਰ ਦੇ ਵਿੱਚ ਪ੍ਰਧਾਨਗੀ ਮਿਲਣੀ ਹੈ, ਤਿੰਨੋਂ ਦੇਸ਼ ਜਿਹੜੇ ਨੇ ਉਹ ਰਲ ਕੇ ਟਰੋਇਕਾ ਨੂੰ ਕਾਂਸਟੀਟਿਊਟ ਕਰਦੇ ਨੇ। ਦੂਜੀ ਚੀਜ਼ ਜਿਹੜੀ ਹੈ ਉਹ ਵਰਕਿੰਗ ਗਰੁੱਪ ਜਿਹੜੇ ਬਣੇ ਹੋਏ ਨੇ, ਜਿਹਦੇ ਵਿੱਚ ਵਿਕਾਸਸ਼ੀਲ ਦੇਸ਼, ਛੋਟੇ ਦੇਸ਼, ਛੋਟੇ ਟਾਪੂ, ਉਹਨਾਂ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਤੇ ਜਿਹੜੀ ਸ਼ੇਰਪਾ ਦੀ ਮੀਟਿੰਗ ਹੋਈ ਹੈ 4 ਤੋਂ 8 ਦਸੰਬਰ 2022 ਦੇ ਵਿੱਚ, ਜਦੋਂ ਇੰਡੀਆ ਦੀ ਪ੍ਰਧਾਨਗੀ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਬੜੇ ਖਾਸ ਮੁੱਦੇ 5 ਦਸੰਬਰ ਨੂੰ ਡਿਸਕਸ ਕੀਤੇ ਗਏ, ਜਿਹਦੇ ਵਿੱਚ ਟੈਕਨੋਲੋਜੀ ਟਰਾਂਸਫੋਰਮੇਸ਼ਨ ਦੀ ਗੱਲ ਕੀਤੀ ਗਈ, ਹੈਲਥ ਐਜੂਕੇਸ਼ਨ ਦੀ ਗੱਲ ਕੀਤੀ ਗਈ, ਗ੍ਰੀਨ ਡਿਵੈਲਪਮੈਂਟ ਦੀ ਗੱਲ ਕੀਤੀ ਗਈ, ਲਾਈਫ ਸਟਾਈਲ ਦੀ ਗੱਲ ਕੀਤੀ ਗਈ ਕਿ ਇਨਵਾਇਰਮੈਂਟ ਇਨੀਸ਼ੀਏਟਿਵ ਕਿਸ ਪ੍ਰਕਾਰ ਦੇ ਲਏ ਜਾਣ, ਜਿਹਦੇ ਵਿੱਚ ਵਾਤਾਵਰਨ ਦੇ ਵਿੱਚ ਇੱਕ ਸੰਤੁਲਨ ਕਾਇਮ ਕੀਤਾ ਜਾਵੇ ਤੇ ਡਿਜੀਟਲ ਇਕੋਨਮੀ ਜਿਹੜੀ ਹੈ ਉਹਦੇ ਅੱਜ ਦੇ ਸਮੇਂ ਦੇ ਵਿੱਚ ਬਰਾਬਰ ਦੇ ਤੌਰ ਤੇ ਲਾਭ ਜਿਹੜੇ ਨੇ ਉਹ ਮੈਂਬਰ ਦੇਸ਼ਾਂ ਨੂੰ ਮਿਲਣ। ਬਹੁਤ ਅੱਛਾ ਡਾਕਟਰ ਸਾਹਿਬ, ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਰੋਕਣਾ ਚਾਹਾਂਗਾ। ਇੱਕ ਲਫ਼ਜ਼ ਤੁਸੀਂ ਸ਼ੇਰਪਾ ਵਰਤਿਆ। ਹਾਂਜੀ ਸਰ। ਸਾਡੇ ਜਿਹੜੇ ਆਕਾਸ਼ਵਾਣੀ ਦੇ ਸਾਡੇ ਸਰੋਤੇ ਨੇ, ਆਮ ਸਧਾਰਨ ਸਰੋਤੇ ਨੇ, ਉਹਨਾਂ ਵਾਸਤੇ ਸ਼ੇਰਪਾ ਨੂੰ ਥੋੜਾ ਜਿਹਾ ਖੋਲ ਕੇ ਸਮਝਾਓ। ਸਰ, ਸ਼ੇਰਪਾ ਜਿਹੜੀ ਹੈ ਇਹ ਬੇਸਿਕਲੀ ਨੇਪਾਲ ਦੀ ਇੱਕ ਐਥਨਿਕ ਕਮਿਊਨਿਟੀ ਹੈ, ਜਿਹੜੇ ਕਿ ਉੱਚੇ ਪਹਾੜੀ ਸਥਾਨਾਂ ਦੇ ਵਿੱਚ ਰਹਿੰਦੇ ਨੇ ਤੇ ਜਿਹੜੇ ਟੂਰਿਸਟ ਉੱਥੇ ਵਿਜ਼ਿਟ ਕਰਦੇ ਨੇ
ਉਹਨਾਂ ਦੀ ਸਹਾਇਤਾ ਦੇ ਵਿੱਚ ਇਹਨਾਂ ਦਾ ਬੜਾ ਖਾਸ ਯੋਗਦਾਨ ਹੁੰਦਾ ਏ। ਇਹ ਉਹਨਾਂ ਦਾ ਜਿਹੜਾ ਸਮਾਨ ਵਗੈਰਾ ਏ ਜਾਂ ਮਤਲਬ ਉਹਨੂੰ ਕੈਰੀ ਕਰਨ ਦੇ ਵਿੱਚ ਬੜੀ ਸਹਾਇਤਾ ਕਰਦੇ ਨੇ। ਤੇ ਦੂਜੀ ਚੀਜ਼, ਇਹ ਪਰਸਨਲ ਗਾਈਡ ਦੇ ਤੌਰ ਤੇ ਕੰਮ ਕਰਦੇ ਨੇ। ਇਸੇ ਤਰ੍ਹਾਂ ਹੀ ਇੰਡੀਆ ਦੇ ਵਿੱਚ ਸ਼ੇਰਪਾ ਜਿਹੜਾ ਇਹ ਬੜਾ ਇੱਕ ਕਰੂਸ਼ੀਅਲ ਕੰਪੋਨੈਂਟ ਹੈ ਮੀਟਿੰਗਸ ਦਾ, ਜਿਵੇਂ ਕਿ ਵਿੱਤ ਟਰੈਕ ਹੈ ਉਸੇ ਤਰ੍ਹਾਂ ਸ਼ੇਰਪਾ ਟਰੈਕ ਹੈ। ਇਹ ਸਾਰਾ ਸਾਲ ਜਿਹੜਾ ਇਹਨਾਂ ਦੀਆਂ ਮੀਟਿੰਗਸ ਜਿਹੜੀਆਂ ਨੇ ਨਿੱਜੀ ਪ੍ਰਤੀਨਿਧੀ ਦੇ ਤੌਰ ਤੇ, ਇਹਦੇ ਵਿੱਚ ਡਿਪਲੋਮੇਟ ਸ਼ਾਮਲ ਕੀਤੇ ਜਾਂਦੇ ਨੇ। ਸਾਰਾ ਸਾਲ ਇਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ, ਜਿਹਦੇ ਵਿੱਚ ਗੱਲਬਾਤ ਦੇ ਨਾਲ ਵਿਚਾਰ ਵਟਾਂਦਰੇ ਕੀਤੇ ਜਾਂਦੇ ਨੇ ਤੇ ਸਹਿਮਤੀ ਕ੍ਰੀਏਟ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜੇ ਫੈਸਲੇ ਜਿਹੜੇ ਨੇ ਉਹ ਲਏ ਜਾਂਦੇ ਨੇ। ਬਹੁਤ ਧੰਨਵਾਦ ਡਾਕਟਰ ਇਕਬਾਲ ਜੀ। 3 ਇਸ਼ੂ ਭਾਰਤ ਸੈਂਟਰਿਕ ਲੈਂਦੇ ਸੀ ਤੇ ਇੱਕ ਦੇ ਉੱਪਰ ਫਿਰ ਡਾਕਟਰ ਸਾਹਿਬ ਨੂੰ ਵਿਚਾਰ ਆਇਆ ਤੇ ਉਹਨਾਂ ਨੇ ਆਪਣੇ ਪਰਿਵਾਰ ਨਾਲ ਦੱਸਿਆ। ਸੋ ਪਹਿਲਾ ਜਿਹੜਾ ਹੈ ਸਾਡਾ, ਹਿੰਦੁਸਤਾਨ ਨੇ 3 ਆਪਣੇ ਵਾਸਤੇ ਮੁੱਦੇ ਚੁਣੇ ਨੇ। ਪਹਿਲਾ ਹੈ ਫਾਈਨੈਂਸਿੰਗ ਸਿਟੀਜ਼ ਆਫ ਟੁਮਾਰੋ, ਕੱਲ ਦੇ ਵਾਸਤੇ। ਦੂਸਰਾ ਮੁੱਦਾ ਜਿਹੜਾ ਉਹਨਾਂ ਨੇ ਹਿੰਦੁਸਤਾਨ ਵਾਸਤੇ ਚੁਣਿਆ ਹੈ ਉਹ ਹੈ ਐਨਰਜੀ ਟ੍ਰਾਂਜੀਸ਼ਨ। ਅਸੀਂ ਇਸ ਵਕਤ ਵਿਸ਼ਵ ਦੇ ਤੀਜੇ ਸਭ ਤੋਂ ਲਾਰਜ ਰੀਨਿਊਏਬਲ ਐਨਰਜੀ ਦੇ ਪ੍ਰੋਡਿਊਸਰ ਹਾਂ ਔਰ ਇਹਨੂੰ ਵਧਾਉਣਾ। ਉਹਦਾ ਵੀ ਕਾਰਨ ਕੀ ਹੈ? ਸਟਾਕਹੋਮ ਕਾਨਫਰੰਸ ਹੋਈ UN ਦੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਪੋਲਿਊਟਰ ਮਸਟ ਪੇ। ਇਸ ਵਕਤ ਸਭ ਤੋਂ ਜ਼ਿਆਦਾ ਐਨਰਜੀ ਔਰ ਵਾਤਾਵਰਨ ਨੂੰ ਖਰਾਬ ਕਰਨ ਵਾਲੀ ਯੂਜ਼ ਆਫ ਐਨਰਜੀ ਅਮਰੀਕਾ ਤੇ ਡਿਵੈਲਪਿੰਗ ਦੇਸ਼ਾਂ 'ਚ ਹੋ ਰਿਹਾ, ਨੁਕਸਾਨ ਅਸੀਂ ਉਠਾ ਰਹੇ। ਐਨਰਜੀ ਟ੍ਰਾਂਜੀਸ਼ਨ, ਤਾਂ ਕਿ ਅਸੀਂ ਆਪਣੇ ਆਪ ਨੂੰ, ਆਪਣੀਆਂ ਇੰਡਸਟਰੀਆਂ ਨੂੰ, ਆਪਣੇ ਕਾਰੋਬਾਰ ਨੂੰ ਚਲਾਉਣ ਵਾਸਤੇ ਇੱਕ ਤਬਦੀਲੀ ਕਰੀਏ। ਇਹ ਸਾਡਾ ਇੱਕ ਮਿਸ਼ਨ ਨੰਬਰ 2 ਹੈ ਹਿੰਦੁਸਤਾਨ ਦਾ। ਔਰ ਤੀਸਰਾ ਜਿਹੜਾ ਸਭ ਤੋਂ ਵੱਡਾ ਮਿਸ਼ਨ ਹੈ ਉਹ ਹੈ ਆਉਣ ਵਾਲੇ ਸਮੇਂ ਵਿੱਚ ਕੋਵਿਡ ਲਾਈਕ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਟੈਕਲ ਕਰਨਾ, ਨਜਿੱਠਣਾ ਕਿਵੇਂ। ਤਾਰੀਫ ਕਰਨਾ ਚਾਹਾਂਗਾ ਹਿੰਦੁਸਤਾਨ ਦੇ ਸਾਰੇ ਡਾਕਟਰਾਂ ਦੀ, ਸਾਰੀਆਂ ਨਰਸਾਂ ਦੀ, ਸਾਰੇ ਹਸਪਤਾਲਾਂ ਦੀ, ਸਾਰੇ ਮੈਡੀਸਨ ਪ੍ਰੋਡਿਊਸਰ ਦੀ, ਕਿ ਉਹਨਾਂ ਨੇ ਦੁਨੀਆ ਤੱਕ ਕੋਵਿਡ ਦੀ ਦਵਾਈ ਪਹੁੰਚਾਉਣ ਵਿੱਚ ਸਭ ਤੋਂ ਅਗਾਂਹ ਰਹੇ। ਸੋ ਇਸ ਲਈ ਆਪਾਂ ਇਹ ਸੋਚ ਕੇ ਚੱਲੀਏ ਕਿ ਆਉਣ ਵਾਲੇ ਸਮੇਂ 'ਚ ਹਿੰਦੁਸਤਾਨ ਨੂੰ 3 ਕੰਮ ਨੇ। ਲੋਕਾਂ ਨੂੰ ਜੀਉਣ ਦੀ ਜਗ੍ਹਾ ਦੇਣੀ, ਲੋਕਾਂ ਨੂੰ ਧੂਏ ਤੋਂ ਬਚਣ ਦੀ એનર્ਜੀ ਦੀ ਟ੍ਰਾਂਜੀਸ਼ਨ ਕਰਨੀ, ਤੇ ਲੋਕਾਂ ਨੂੰ ਆਉਣ ਵਾਲੇ ਕਿਸੇ ਹਮਲੇ ਤੋਂ ਇਹ ਨਾ ਹੋਵੇ ਕਿ ਸਕੂਟਰਾਂ ਵਿੱਚ ਆਕਸੀਜਨ ਦੇ ਸਿਲੰਡਰ ਲਈ ਸਾਹ ਲੈਂਦੇ ਲੈਂਦੇ ਬੰਦੇ ਚਲੇ ਜਾਣ, ਇਸ ਨੂੰ ਕਰਨਾ। ਇਹ 3 ਆਬਜੈਕਟਿਵ ਨੇ ਗਵਰਨਮੈਂਟ ਆਫ ਇੰਡੀਆ ਨੇ ਆਪਣੇ ਹਿੰਦੁਸਤਾਨ ਲਈ ਰੱਖੇ ਨੇ G20 ਦੇ। ਜੀ ਸੇਠ ਸਾਹਿਬ, ਤੁਸੀਂ G20 ਨੂੰ ਹਿੰਦੁਸਤਾਨ ਦੇ ਨਾਲ ਜੋੜ ਕੇ ਬਹੁਤ ਚੰਗੀ ਤਰ੍ਹਾਂ ਇਹਦੀ ਵਿਆਖਿਆ ਕੀਤੀ, ਬਹੁਤ ਬਰੀਕੀ ਦੇ ਵਿੱਚ ਜਾ ਕੇ। ਮੈਂ ਅਗਲੇ ਸਵਾਲ ਲਈ ਡਾਕਟਰ ਨਿਰਮਲ ਸਿੰਘ ਹੋਣਾ ਕੋਲ ਜਾਵਾਂਗਾ। ਡਾਕਟਰ ਸਾਹਿਬ, ਕੀ ਜਿਹੜੇ ਹਿੰਦੁਸਤਾਨ ਦੇ ਆਮ ਲੋਕ ਨੇ, ਜਿਹੜਾ ਜਨ ਸਧਾਰਨ ਆ, ਇਹਦੀ ਭਾਗੀਦਾਰੀ G20 ਦੇ ਵਿੱਚ ਕਿਵੇਂ ਹੋ ਸਕਦੀ ਆ? ਦੇਖੋ ਜੀ, ਆਪਾਂ ਪਹਿਲੇ ਵੀ ਡਿਸਕਸ ਕਰ ਚੁੱਕੇ ਕਿ ਜਿਹੜਾ G20 ਦਾ ਲੋਗੋ ਹੀ ਹੈ, ਜੇ ਆਪਾਂ ਜਦੋਂ ਵਨ ਫੈਮਿਲੀ ਕਹਿ ਰਹੇ ਹੋ, ਜੋ ਹਰ ਉਹ ਬੰਦਾ ਵਾ, ਹਰ ਵਿਅਕਤੀ ਜਿਹੜਾ ਲਾਈਨ ਦੇ ਲਾਸਟ ਤੇ ਖੜਾ ਵਾ। ਜਿਹੜਾ ਯੂਨੀਵਰਸਿਟੀ ਕਨੈਕਟ ਸਿਸਟਮ ਆਪਾਂ ਇਹਨਾਂ ਗੱਲ ਕੀਤੀ ਕਿ 75 ਇੰਸਟੀਟਿਊਸ਼ਨ ਹੈ ਔਰ ਜਨ ਭਾਗੀਦਾਰੀ ਮੀਟਿੰਗ ਹੈਗੀਆਂ, ਉਹ 'ਚ ਜਿਹੜਾ ਜਨ ਸਧਾਰਨ ਆ, ਇੱਕ ਤਾਂ ਹੁੰਦਾ ਕਿ ਬੰਦੇ ਨੇ ਜੀ ਆਪ ਪਹੁੰਚਣਾ, ਤੇ ਇੱਕ ਹੁੰਦਾ ਹੈ ਕਿ ਉਹਦੀ ਆਵਾਜ਼ ਬਣ ਕੇ ਕਿਸੇ ਨੇ ਜਾਣਾ। ਜਿਹੜਾ ਟੀਚਰਸ ਨੂੰ, ਸਟੂਡੈਂਟਸ ਨੂੰ ਇਨਵੋਲਵ ਕਰਨਾ ਸੀ। ਇੱਕ ਬੱਚਾ ਜਿਹੜਾ ਉੱਥੇ ਯੂਨੀਵਰਸਿਟੀ ਕਨੈਕਟ ਸਿਸਟਮ ਦੀ ਜੋ ਮੀਟਿੰਗ ਕੀਤੀ G20 ਦੀ, ਉਹ ਆਪਣੇ ਪਰਿਵਾਰ ਨੂੰ ਰਿਪਰੈਜ਼ੈਂਟ ਕਰ ਰਿਹਾ, ਆਪਣੇ ਮੁਹੱਲੇ ਨੂੰ ਰਿਪਰੈਜ਼ੈਂਟ ਕਰ ਰਿਹਾ। ਤਾਂ ਇਸ ਤਰੀਕੇ ਨਾਲ ਤੁਸੀਂ ਦੇਖੋ ਕਿ ਫਿਰ ਸਿਵਲ ਸੁਸਾਇਟੀ ਦੇ ਜਿੰਨੀਆਂ NGOs ਹੈ ਜੀ, ਉਹਨਾਂ ਨੂੰ ਇਨਵੋਲਵ ਕੀਤਾ ਜਾਂਦਾ ਵਾ। ਠੀਕ ਹੈ ਨਾ ਜੀ। ਹੁਣ ਇਹਦੇ ਤੋਂ ਇਲਾਵਾ ਜਿਹੜੇ ਆ ਵੀਮਨ ਇੰਪਾਵਰਮੈਂਟ ਗਰੁੱਪ ਹੈ, ਉਹਨਾਂ ਨੂੰ ਇਨਵੋਲਵ ਕੀਤਾ ਜਾਂਦਾ। ਜਿਹੜਾ ਸ਼ੇਰਪਾ ਟਰੈਕ ਦੇ ਆਪਾਂ ਥੋੜੀ ਦੇਰ ਪਹਿਲੇ ਗੱਲ ਕਰ ਰਹੇ ਸਾਂ ਨਾ, ਸ਼ੇਰਪਾ ਟਰੈਕ ਦਾ ਕੰਮ ਹੀ ਇਹੋ ਹੈ ਜੀ ਕਿ ਜਿੰਨੇ ਵੀ ਸਟੇਕ ਹੋਲਡਰ, ਜਿਨ੍ਹਾਂ ਨੂੰ ਆਪਾਂ ਸਮਝਦੇ ਕਿ ਡਾਇਰੈਕਟਲੀ ਇਨਡਾਇਰੈਕਟਲੀ ਇਨਵੋਲਵ ਨੇ, ਜਿਹੜੇ ਇਹਦੇ ਓਬਜੈਕਟਿਵਸ ਨੇ, ਉਹਨਾਂ ਨੂੰ ਸਾਰਿਆਂ ਨੂੰ ਨਾਲ ਸ਼ਾਮਿਲ ਕਰਨਾ। ਉਹਨਾਂ ਦੇ ਜਿਹੜੇ ਕੰਸਰਨਸ ਨੇ, ਚਿੰਤਾਵਾਂ ਨੇ ਜਿਹੜੀਆਂ, ਜਾਂ ਉਹ ਕੋਈ ਵਧੀਆ ਸੋਲੂਸ਼ਨ ਹੱਲ ਦੱਸ ਸਕਦੇ ਨੇ ਮੁਸ਼ਕਲਾਂ ਦਾ, ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਕਰਨਾ, ਔਰ ਫਿਰ ਉਹ ਸਾਰੇ ਹੀ ਜਿਹੜੇ ਆ ਫਾਈਨਾਂਸ ਟਰੈਕ ਨੂੰ ਫੋਰਵਰਡ ਕਰਨੇ, ਤਾਂ ਕਿ ਉਹ ਪਾਲਿਸੀ ਦਾ ਜਾਮਾ ਉਹਨੂੰ ਪਹਿਨਾਇਆ ਜਾ ਸਕੇ, ਉਹ ਇੰਪਲੀਮੈਂਟ ਕੀਤੇ ਜਾ ਸਕਣ। ਸੋ ਜਦੋਂ ਆਪਾਂ ਇਹ ਗੱਲ ਕਰ ਰਹੇ ਕਿ ਆਮ ਜਨ ਸਧਾਰਨ ਨੂੰ ਕੀ ਫਾਇਦਾ ਵਾ, ਤਾਂ ਆਮ ਜਨ ਸਧਾਰਨ ਵਾਸਤੇ ਹੀ G20 ਜਿਹੜਾ ਵਾ ਚਰਚਾ ਕਰ ਰਿਹਾ ਜੀ। ਡਾਕਟਰ ਸਾਹਿਬ, ਮੈਂ ਇਹਨਾਂ ਦੀ ਥੋੜੀ ਜਿਹੀ ਗੱਲ ਵਿੱਚ ਐਡੀਸ਼ਨ ਕਰਨਾ ਚਾਹਾਂਗਾ ਇੱਥੇ। ਜੀ ਸਰ। ਜਿਹੜਾ ਸਾਡਾ G20 ਦਾ ਬੇਸਿਕ ਕਾਰਨ, ਅਸੂਲ ਜਾਂ ਲਕਸ਼ ਹੈ, ਉਹ GDP ਤੋਂ ਤੁਰਦਾ।
ਗ੍ਰੋਸ ਡੋਮੈਸਟਿਕ ਪ੍ਰੋਡਕਟ ਮੀਨਸ ਕਿ ਇੱਕ ਸਾਲ ਵਿੱਚ ਇੱਕ ਦੇਸ਼ ਵਿੱਚ ਕਿੰਨੀ ਵੱਧ ਤੋਂ ਵੱਧ ਜੋ ਚੀਜ਼ਾਂ ਬਣਾਈ ਜਾਂਦੀ ਵੈਲਿਊ ਕੀ ਹੈ। ਇਹਨਾਂ ਦਾ ਮੁੱਦਾ ਹੁਣ ਇਸ ਉੱਤੇ ਕਿ ਇਹਨੂੰ ਗ੍ਰੋਸ ਨੈਸ਼ਨਲ ਹੈਪੀਨੈਸ ਵੱਲ ਲੈ ਕੇ ਜਾਈਏ ਜੀ, ਤਾਂ ਕਿ ਹਰ ਬੰਦਾ, ਹਰ ਸਮਾਜਿਕ ਜੀਵ ਜਿਹੜਾ ਹੈ, ਔਰ ਜਦੋਂ ਸਾਹ ਲੈਣ ਦੀ, ਕਲਚਰ ਦੀ, ਐਜੂਕੇਸ਼ਨ ਦੀ, ਵਿਮਨ ਐਮਪਾਵਰਮੈਂਟ ਬਹੁਤ ਜ਼ਰੂਰੀ ਹੈ। 50% ਤੋਂ ਜ਼ਿਆਦਾ ਜਨਸੰਖਿਆ ਅਗਰ ਦੇਸ਼ ਦੀ ਦਬਾ ਕੇ ਰੱਖੀ ਜਾਏਗੀ ਤਾਂ ਅਸੀਂ ਬਹੁਤ ਵੱਡਾ ਟੈਲੈਂਟ ਬੈਂਕ ਜਿਹੜਾ ਜੀ ਉਹਨੂੰ ਅਸੀਂ ਉਭਰਨ ਨਹੀਂ ਦੇ ਰਹੇ। ਜੀ। ਸੋ ਇਹ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ G20 ਦੇ ਸਾਹਮਣੇ ਹੈ, ਵਿਮਨ ਐਮਪਾਵਰਮੈਂਟ ਐਂਡ ਡਿਵੈਲਪਮੈਂਟ। ਸੋ ਮੈਂ ਪ੍ਰੋਫੈਸਰ ਸਾਹਿਬ ਨੂੰ ਬਿਲਕੁਲ ਐਗਰੀ ਕਰਦਾ ਕਿ ਇਹਦਾ ਵੱਡਾ ਮੁੱਦਾ ਇਹ ਹੈ ਕਿ ਅਸੀਂ ਦੁਨੀਆ ਦੇ ਬਹੁਤ ਸਾਰੇ ਲੋਕਾਂ ਨੂੰ ਖੁਸ਼ ਰੱਖਣ ਤੇ ਖੁਸ਼ੀ ਵਾਲਾ ਜੀਵਨ, ਸਵਸਥ ਜੀਵਨ ਜੀਣ ਦਾ ਇੱਕ ਸਮਾਂ ਦਈਏ। ਔਰ ਇਹੀ GDP ਦਾ ਧਾਰਮਿਕ ਉਦੇਸ਼ ਇਹ ਹੈ, ਵਪਾਰਿਕ ਉਦੇਸ਼ GDP, ਜਨਸੰਖਿਆ, ਪਾਪੂਲੇਸ਼ਨ, ਕਮਿਊਨਿਸਟ, ਕੈਪੀਟਲਿਸਟ, ਇਹ ਵੱਖਰੀ ਗੱਲ ਹੈ। ਸਿਰ ਸਾਹਿਬ ਇਸੇ ਕਰਕੇ ਨਾ ਦੇਖੋ ਜੀ, ਇਹਦੇ ਵਿੱਚ ਪਾਵਰਟੀ ਜੀ, ਐਜੂਕੇਸ਼ਨ, ਹੈਲਥ ਹੈ ਜੀ, ਇਹ ਲੈ ਗਏ ਨੇ। ਔਰ ਖਾਸ ਕਰ ਜਦੋਂ ਪੈਂਡੇਮਿਕ ਦਾ ਸਮਾਂ ਸੀ, ਬਹੁਤ ਸਾਰੇ ਕਰੋੜਾਂ ਲੋਕ ਗਰੀਬੀ ਵੱਲ ਧੱਕੇ ਗਏ। ਉਹਨਾਂ ਵਾਸਤੇ ਸਭ ਤੋਂ ਵੱਡਾ ਮੁੱਦਾ ਸੀ ਫੂਡ ਸਿਕਿਉਰਿਟੀ ਦਾ, ਫੂਡ ਤੇ ਨਿਊਟ੍ਰੀਸ਼ਨ ਸਿਕਿਉਰਿਟੀ। ਉਹ ਬੜਾ ਇੱਕ ਥੀਮ ਆਪਾਂ ਇਹਦੇ ਵਿੱਚ ਲੈ ਕੇ ਚੱਲੇ ਹਾਂ G20 ਦੇ ਵਿੱਚ, ਜਿਹੜਾ ਕਿ ਆਮ ਨਾਗਰਿਕ ਨੂੰ, ਜਿੱਦਾਂ ਆਪਾਂ ਕਰਪਸ਼ਨ ਦੀ ਗੱਲ, ਇਹ ਸਾਰੇ ਆਮ ਬੰਦਿਆਂ ਦੇ ਮੁੱਦੇ ਆ ਜੀ 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 ਜੀ। ਤਾਂ G20 ਵਾਕਈ ਹੀ ਉਸ ਦਿਸ਼ਾ ਵਿੱਚ ਚਰਚਾ ਕਰਦਾ, ਉਹਦੇ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਵਾ। ਇਹ ਮੁੱਦੇ G20 ਦੇ ਬੜੇ ਗਹਿਰੇ ਨੇ, ਬੜੇ ਵਿਸ਼ਾਲ ਨੇ। ਇਹਦੇ ਉੱਪਰ ਘੰਟਿਆਂ ਬੱਧੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ, ਲੇਕਿਨ ਸਮੇਂ ਦੀ ਇੱਕ ਆਪਣੀ ਸੀਮਾ ਹੁੰਦੀ ਆ, ਇੱਕ ਮਰਿਆਦਾ ਹੁੰਦੀ ਆ, ਤੇ ਸਮਾਂ ਸਾਡੇ ਕੋਲ ਬਹੁਤ ਘੱਟ ਆ। ਡਾਕਟਰ ਇਕਬਾਲ ਸਿੰਘ ਜੀ, 1 ਮਿੰਟ ਵਾਸਤੇ ਤੁਸੀਂ G20 ਬਾਰੇ ਹੋਰ ਤੁਹਾਡੇ ਦਿਮਾਗ ਦੇ ਵਿੱਚ ਕੀ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਸਰ, ਜਿਵੇਂ ਕਿ G20 ਦੀ ਪ੍ਰਧਾਨਗੀ ਭਾਰਤ ਨੂੰ ਮਿਲੀ ਹੈ, ਉਹਦਾ ਇੱਕ ਖਾਸ ਮਹੱਤਵ ਹੈ। ਜਿਵੇਂ ਇੰਡੀਆ ਦੇ ਸ਼ੇਰਪਾ ਅਮਿਤਾਭ ਕਾਂਤ ਜੀ ਨੇ ਵੀ ਕੁਝ 4 ਪੁਆਇੰਟ ਜਿਹੜੇ ਨੇ ਬੜੀ ਗੰਭੀਰਤਾ ਦੇ ਨਾਲ ਵਿਸ਼ਵ ਕਮਿਊਨਿਟੀ ਦੇ ਸਾਹਮਣੇ ਰੱਖੇ ਨੇ। ਜਿਵੇਂ ਕਿ ਸਭ ਤੋਂ ਪਹਿਲਾਂ ਉਹਦੇ ਵਿੱਚ ਹੈ ਕਿ ਰੂਸ ਤੇ ਯੂਕਰੇਨ ਦਾ ਜਿਹੜਾ ਯੁੱਧ ਚੱਲ ਰਿਹਾ ਹੈ, ਉਹਦੇ ਵਿੱਚ ਇੰਡੀਆ ਨੂੰ ਬੜਾ ਸੰਭਲ ਕੇ ਚੱਲਣਾ ਹੋਏਗਾ। ਬੜੇ ਗੰਭੀਰਤਾ ਦੇ ਨਾਲ ਸਟ੍ਰੈਟਜੀ ਜਿਹੜੀ ਹੈ ਉਹ ਅਡਾਪਟ ਕਰਨੀ ਹੋਏਗੀ, ਕਿਉਂਕਿ ਪੂਰੇ ਯੂਰਪ ਦੇ ਵਿੱਚ ਜੀਓ ਪੋਲੀਟੀਕਲ ਸੰਕਟ ਜਿਹੜਾ ਹੈ ਉਹ ਚੱਲ ਰਿਹਾ ਹੈ। ਨੰਬਰ 2, ਜਿਹੜੇ ਪੂਰੀ ਦੁਨੀਆ ਦੇ 70% ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਕਰਜ਼ੇ ਦੇ ਸੰਕਟ ਦਾ ਸਾਹਮਣਾ ਕਰ ਰਹੇ ਨੇ। ਇਹ ਸਭ ਤੋਂ ਮੇਨ ਪੁਆਇੰਟ ਹੈ ਜਿਹੜਾ ਕਿ ਇੰਡੀਆ ਦੇ ਪ੍ਰੈਜ਼ੀਡੈਂਸੀ ਦੇ ਵਿੱਚ ਡਿਸਕਸ ਕੀਤਾ ਜਾ ਸਕਦਾ। ਨੰਬਰ 3, ਪੂਰੀ ਦੁਨੀਆ ਦੇ ਵਿੱਚ ਇੱਕ ਜਿਹੜੀ ਸਪਲਾਈ ਚੇਨ ਬਣੀ ਹੋਈ ਸੀਗੀ, ਜਿਹੜੀਆਂ ਕਿ ਬਿਜ਼ਨਸ ਐਕਟੀਵਿਟੀਜ਼ ਹੁੰਦੀਆਂ ਸੀ, ਰੂਸ ਯੂਕਰੇਨ ਸੰਕਟ ਤੋਂ ਬਾਅਦ ਇੱਕ ਇਹੋ ਜਿਹਾ ਆਰਥਿਕ ਮੰਦੀ ਦਾ ਮਾਹੌਲ ਆਇਆ ਜਿਹਦੇ ਵਿੱਚ ਇਹ ਸਪਲਾਈ ਚੇਨ ਜਿਹੜੀ ਹੈ ਉਹ ਟੁੱਟ ਰਹੀ ਹੈ। ਨੰਬਰ 4, ਚੌਥਾ ਪੁਆਇੰਟ ਜਿਹੜਾ ਉਹਨਾਂ ਨੇ ਡਿਸਕਸ ਕੀਤਾ ਕਿ ਜਿਹੜੇ ਜਲਵਾਯੂ ਪਰਿਵਰਤਨ ਦੇ ਮੁੱਦੇ ਨੇ, ਉਹਨਾਂ ਦਾ ਬਹੁਤ ਜ਼ਿਆਦਾ ਦਬਾਅ ਬਣਿਆ ਹੋਇਆ ਨੇ। ਉਹਦੇ ਨਾਲ ਜਿਵੇਂ ਕਿ ਸੇਠ ਸਰ ਗੱਲ ਕਰ ਰਹੇ ਸੀ ਜਾਂ ਡਾਕਟਰ ਨਿਰਮਲ ਗੱਲ ਕਰ ਰਹੇ ਸੀ ਕਿ ਵਿਸ਼ਵ ਦੇ ਵਿੱਚ ਅਸਮਾਨਤਾਵਾਂ ਵੱਧ ਰਹੀਆਂ ਨੇ। COVID-19 ਦੀ ਪ੍ਰੋਬਲਮ ਤੋਂ ਬਾਅਦ ਸਾਨੂੰ ਵਿਸ਼ਵ ਪੂਰੀ ਕਮਿਊਨਿਟੀ ਦੇ ਸਰਵਾਈਵ ਕਰਨ ਵਾਸਤੇ ਕੁਝ ਜਿਹੜੇ ਐਫਰਟ ਕਰਨੇ ਪੈਣਗੇ, ਜਿਹਦੇ ਨਾਲ ਸਾਰਿਆਂ ਦਾ ਸਾਂਝੇ ਤੌਰ ਤੇ ਪੂਰੇ ਵਿਸ਼ਵ ਦੇ ਵਿੱਚ ਭਲਾ ਹੋ ਸਕੇ। ਬਹੁਤ ਧੰਨਵਾਦ ਸੇਠ ਜੀ। ਮੇਰੇ ਹਿਸਾਬ ਨਾਲ ਤੇ ਜੀ ਇਹ ਬਹੁਤ ਹੀ ਫਿਲਾਸਫਿਕ ਗੱਲ ਹੈ। ਬਾਣੀ ਸਾਡੀ ਕਰਤੀ ਕਹਿੰਦੀ ਹੈ ਕਿ ਧਰਤੀ, ਪਾਣੀ ਤੇ ਹਵਾ ਨੂੰ ਸੰਭਾਲੋ ਤੇ ਜੀ ਸਕਦੇ ਹੋ। ਜੇ ਸਾਡੇ ਸ਼ਾਂਤੀ ਮੰਤਰ ਕਹਿੰਦਾ ਓਮ ਦੇਵ ਸ਼ਾਂਤੀ, ਅੰਤਰਿਕਸ਼ ਨੂੰ, ਪਾਣੀ ਨੂੰ, ਵਨਸਪਤੀ ਨੂੰ, ਇਹਨਾਂ ਨੂੰ ਸੰਭਾਲੋ। ਸੋ G20 ਵੀ ਇਹੋ ਹੀ ਕਹਿੰਦੀ ਹੈ ਕਿ ਭਾਰਤ ਦੀ ਨੇਤਰਤਵ ਥੱਲੇ ਸੰਸਕ੍ਰਿਤਿਕ ਜਾਗ੍ਰਿਤੀ ਲਿਆਂਦਿਆਂ ਹੋਇਆ ਇਹ ਧਰੋਹਰਾਂ ਸੰਭਾਲ ਲਓ ਤੇ ਜੀ ਲਓਗੇ, ਨਹੀਂ ਤੇ ਹਨੇਰਾ ਅੱਗੇ ਤੇ ਹੈਗਾ ਹੀ ਹੈਗਾ। ਜੀ ਸੇਠ ਸਾਹਿਬ, ਤੁਸੀਂ ਬੜੀ ਬਰੀਕੀ ਦੇ ਵਿੱਚ ਜਾ ਕੇ ਬੜੇ ਸੰਖੇਪ ਦੇ ਵਿੱਚ G20 ਦੀ ਜਿਹੜੀ ਰੂਹ ਆ, ਆਤਮਾ ਆ, ਉਹਨੂੰ ਸਮਝਾਉਣ ਦਾ ਯਤਨ ਕੀਤਾ। ਡਾਕਟਰ ਇਕਬਾਲ ਸਿੰਘ ਹੁਣਾਂ ਨੇ ਜਿਹੜਾ ਡਾਟਾਬੇਸ ਹੈ G20 ਦੇ ਪਿੱਛੇ ਕੰਮ ਕਰਦਾ, ਉਹਦੇ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਡਾਕਟਰ ਨਿਰਮਲ ਸਿੰਘ ਹੁਣਾਂ ਨੇ ਜਿਹੜਾ ਇਹਦਾ ਸੱਭਿਆਚਾਰਕ ਪੱਖ ਆ G20 ਦਾ, ਉਹਨੂੰ ਉਭਾਰਨ ਦਾ ਯਤਨ ਕੀਤਾ। ਮੈਂ ਸਮਝਦਾ G20 ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਸਕਦੀਆਂ, ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ ਅਸੀਂ ਇਸ ਗੱਲਬਾਤ ਨੂੰ ਹੋਰ ਅੱਗੇ ਜਾਰੀ ਰੱਖੀਏ। ਅਸੀਂ ਇੱਥੇ ਹੀ ਇਸ ਗੱਲਬਾਤ ਨੂੰ ਵਿਰਾਮ ਦਿੰਦੇ ਹਾਂ। ਮੈਂ ਉਮੀਦ ਕਰਦਾ ਕਿ ਆਕਾਸ਼ਵਾਣੀ ਜਲੰਧਰ ਦੇ ਸਰੋਤਿਆਂ ਨੇ ਇਸ ਗੱਲਬਾਤ ਨੂੰ ਸੁਣਿਆ ਹੋਵੇਗਾ। G20 ਬਾਰੇ ਜਿਨ੍ਹਾਂ ਨੇ ਅੱਜ ਤੱਕ ਨਹੀਂ ਸੁਣਿਆ, ਉਹਨਾਂ ਨੇ ਵੀ ਇਹਨੂੰ ਸਮਝਣ ਦਾ ਯਤਨ ਕੀਤਾ ਹੋਵੇਗਾ, ਅਤੇ ਭਾਰਤ ਸਰਕਾਰ ਜਿਹੜੀ ਇਹਦੀ ਮੇਜ਼ਬਾਨੀ ਕਰ ਰਿਹਾ 2023 ਦੇ ਵਿੱਚ, ਉਹਦੇ ਨਾਲ ਸੰਬੰਧਿਤ ਜਾਣਕਾਰੀ ਵੀ ਹਾਸਲ ਕੀਤੀ ਹੋਵੇਗੀ। ਮੈਂ ਤੁਹਾਡਾ ਸਭ ਦਾ ਵੀ ਧੰਨਵਾਦ ਕਰਦਾ।
ਮੈਂ ਆਕਾਸ਼ਵਾਣੀ ਜਲੰਧਰ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਸ ਵਿਸ਼ੇ ਦੇ ਉੱਪਰ ਇਕੱਠੇ ਹੋ ਕੇ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕੀਤਾ, ਤੇ ਸਾਰੇ ਸਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਇਸ ਗੱਲਬਾਤ ਨੂੰ ਸੁਣਿਆ। ਤੇ ਹੁਣ ਮੈਂ ਡਾਕਟਰ ਰਾਮਮੂਰਤੀ ਜਿਹਨੇ ਤੁਹਾਡੇ ਸਾਹਮਣੇ ਸਵਾਲ ਜਵਾਬ ਦੇ ਸਿਲਸਿਲੇ ਨੂੰ ਅੱਗੇ ਤੋਰਨ ਦਾ ਯਤਨ ਕੀਤਾ, ਮੈਨੂੰ ਦਿਓ ਇਜਾਜ਼ਤ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ।